ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਬਹੁਤ ਜਨਮ ਬਿਸਰੇ ਥੇ ਮਾਧਵ ਇਹੋ ਜਨਮ ਤੁਮਾਰੇ ਲਿਖੇ। ਕਹਿ ਰਵ ਦਿਆਸ ਆਸ ਲਗ ਜੀਵੋਂ ਚਿਰ ਭਇ ਦਰਸ਼ਨ ਦੇਖੇ। ਜੇ ਤੂੰ ਮਿੱਤਰ ਸਾਡੜਾ ਇੱਕ ਭੋਰੀ ਨਾ ਵੇ ਛੋੜ। ਜੀਉ ਮਹਿੰਜਾ ਤਉ ਮੋਹਿਆ ਕਦ ਪਸੀ ਜਾਨੀ ਤੋਹਿ। ਸਗਲ ਗੁਣਾ ਕੇ ਦਾਤੇ ਸੁਆਮੀ ਬਿਨੋ ਸੁਨੋ ਇੱਕ ਦਿਨਾ। ਦੇਹੋ ਦਰਸ ਨਾਨਕ ਬਲਹਾਰੀ ਜੀਅੜਾ ਬਲ ਬਲ ਕੀਨਾ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ। ਡੰਡਾਉਤ ਬੰਧਨ ਅਨਕ ਬਾਰ ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਠ ਮਹੱਲਾ ਪੰਜਵਾ। ਸੁਖੀਆ ਕਉ ਭੇਖੈ ਸਭ ਸੁਖੀਆ ਰੋਗੀ ਕੈ ਭਾਣੇ ਸਭ ਰੋਗੀ। ਕਰਨ ਕਰਾਵਨ ਹਾਰ ਸੁਆਮੀ ਆਪਨ ਹਾਥ ਸੰਜੋਗੀ। ਸੁਖੀਆ ਕਉ ਭੇਖੈ ਸਭ ਸੁਖੀਆ ਰੋਗੀ ਕੈ ਭਾਣੇ ਸਭ ਰੋਗੀ। ਕਰਨ ਕਰਾਵਨ ਹਾਰ ਸੁਆਮੀ ਆਪਨ ਹਾਥ ਸੰਜੋਗੀ। ਮਨ ਮੇਰੇ ਜਨ ਆਪਣਾ ਭਰਮ ਗਵਾਤਾ ਤਿਸ ਕੈ ਭਾਣੈ ਕੋਇ ਨ ਭੂਲਾ। ਜਨ ਸਗਲੋ ਬ੍ਰਹਮ ਪਛਾਤਾ ਰਹਾਉ। ਸੰਤ ਸੰਗ ਜਾ ਕਾ ਮਨ ਸੀਤਲ ਹੋ ਜਾਣੈ ਸਗਲੀ ਠੰਡੀ। ਹਉਮੈ ਰੋਗ ਜਾ ਕਾ ਮਨ ਵਿਆਪਤ ਹੋ ਜਨਮ ਮਰੈ ਬਿਲ ਲਾਤੀ। ਗਿਆਨ ਅੰਜਨ ਜਾ ਕੀ ਨੇਤਰੀ ਪੜਿਆ ਤਾ ਕੋ ਸਰਬ ਪੁਰਗਾਸਾ। ਅਗਿਆਨ ਅੰਧੇਰੈ ਸੂਝ ਸੁਨਾਹੀ ਬਹੁੜ ਬਹੁੜ ਭਰ ਮਾਤਾ। ਸੁਣ ਬੇਨੰਤੀ ਸੁਆਮੀ ਆਪਣੇ ਨਾਨਕ ਇਹੋ ਸੁਖ ਮੰਗੈ। ਜਹ ਕੀਰਤਨ ਤੇਰਾ ਸਾਧੂ ਗਾਵਹਿ ਤਿਹ ਮੇਰਾ ਮਨ ਲਾਗੈ। ਸੁਣ ਬੇਨੰਤੀ ਸੁਆਮੀ ਆਪਣੇ ਨਾਨਕ ਇਹੋ ਸੁਖ ਮਾਗੈ। ਜਹ ਕੀਰਤਨ ਤੇਰਾ ਸਾਧੂ ਗਾਵੈ ਤਹ ਮੇਰਾ ਮਨ ਲਾਗੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸਤ ਕਿਰਪਾ ਨਿਧਾਨ ਮਿਹਰਾਂ ਦੇ ਖਜ਼ਾਨੇ ਜੋਤੀ ਸਰੂਪ ਗਰੀਬ ਨਵਾਜ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਕਲਿਆਣਕਾਰੀ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਖਾਲਸਾ ਸਾਧ ਸੰਗਤ ਜੀ ਮਹਾਰਾਜ ਜੀ ਦੀ ਅਪਾਰ ਕਿਰਪਾਲਤਾ ਹੋਈ। ਅੰਮ੍ਰਿਤ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਰਸ਼ਨ ਬਖਸ਼ੇ ਹਨ। ਗੁਰੂ ਸਾਹਿਬ ਜੀ ਦੇ ਹਜ਼ੂਰ ਰੋਜ਼ਾਨਾ ਦੀ ਤਰ੍ਹਾਂ ਪੰਜ ਬਾਣੀਆਂ ਦੇ ਨਿਤਨੇਮ
ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਵਾਹਿਗੁਰੂ ਮੰਤਰ ਦੇ ਜਾਪ, ਆਸਾ ਜੀ ਦੀ ਵਾਰ ਦੇ ਕੀਰਤਨ ਹੋਏ। ਉਪਰੰਤ ਹੁਣ ਸਮਾਂ ਲੜੀਵਾਰ ਗੁਰੂ ਕੀ ਬਾਣੀ ਦੀ ਕਥਾ ਵਿਚਾਰ ਦਾ ਹੈ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਕਿਰਪਾ ਕਰ ਰਹੇ ਹਨ, ਸੋਠ ਰਾਗ ਅੰਦਰ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਬਦਾਂ ਦੀ ਵਿਚਾਰ ਚੱਲਦੀ ਪਈ ਹੈ। ਸਰਵਣ ਕਰਕੇ ਆਪਾਂ ਲਾਭ ਪ੍ਰਾਪਤ ਕਰਨਾ ਹੈ। ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਬਚਨ ਨੇ, ਜਿਹ ਠਾਕੁਰ ਸੋ ਪ੍ਰਸੰਨ ਪਇਓ ਸਤ ਸੰਗਤ ਤੇ ਪਿਆਰ। ਜਿਨ੍ਹਾਂ ਉੱਤੇ ਮਾਲਕ ਠਾਕੁਰ ਪ੍ਰਸੰਨ ਹੁੰਦਾ ਹੈ, ਖੁਸ਼ ਹੈ, ਉਹਨਾਂ ਦਾ ਸੰਗਤ ਨਾਲ ਪਿਆਰ ਹੁੰਦਾ। ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਪਾਵਨ ਪਵਿੱਤਰ ਬਚਨ ਕੀਤੇ ਨੇ। ਸੋ ਸੰਗਤ ਨਾਲ ਪ੍ਰੇਮ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨਾਲ ਹੁੰਦਾ। ਸੰਗਤ ਵਿੱਚੋਂ ਐਸੇ ਸ਼ੁਭ ਗੁਣਾਂ ਦੀ ਪ੍ਰਾਪਤੀ ਹੁੰਦੀ ਹੈ। ਸਾਧ ਸੰਗਤ ਬਿਨ ਭਾਵ ਨਹੀਂ ਉਪਜੇ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਸਾਧ ਸੰਗਤ ਕੀਤੇ ਤੋਂ ਬਿਨਾਂ ਪ੍ਰੇਮ ਪੈਦਾ ਨਹੀਂ ਹੁੰਦਾ ਮਨ ਵਿੱਚ, ਔਰ ਪ੍ਰੇਮ ਤੋਂ ਬਿਨਾਂ ਭਗਤੀ ਨਹੀਂ ਹੁੰਦੀ। ਇਹ ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਬਚਨ ਨੇ। 9 ਪ੍ਰਕਾਰ ਦੀ ਭਗਤੀ ਗੁਰਮੁਖ ਲੋਕਾਂ ਨੇ, ਵਿਦਵਾਨਾਂ ਨੇ ਮੰਨੀ ਹੈ। ਸਰਵਣ ਸਿਮਰਨ ਕੀਰਤਨ ਪਾਂਦ ਸੇਵ ਅਰਚਾਨ, ਦਾਸਾ ਸਖਪਨ ਬੰਦਨਾ ਸਰਬ ਨਿਵੇਦਨ ਜਾਨ। ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਬਚਨਾਂ ਨੂੰ ਪ੍ਰੇਮ ਨਾਲ ਸਰਵਣ ਕਰਨਾ ਇੱਕ ਭਗਤੀ ਹੈ। ਮਹਾਰਾਜ ਜੀ ਨੂੰ ਮਾਨ ਕਰਕੇ ਚੇਤੇ ਕਰਨਾ, ਇਹ ਵੀ ਇੱਕ ਭਗਤੀ ਹੈ। ਬੋਲ ਕੇ ਗੁਰੂ ਸਾਹਿਬ ਜੀ ਦੀ ਵਡਿਆਈ ਕਰਨੀ, ਇਹ ਵੀ ਇੱਕ ਭਗਤੀ ਦਾ ਅੰਗ ਹੈ। ਫਿਰ ਮੁੱਠੀ ਜਾਪੀ ਕਰਨੀ, ਸੇਵਾ ਕਰਨੀ, ਤੱਪਰ ਦੜੀਆਂ ਝਾੜਨੇ, ਇਹ ਵੀ ਭਗਤੀ ਹੈ। ਸੁਗੰਧੀਆਂ ਛਿੜਕਣੀਆਂ, ਵਾਤਾਵਰਨ ਨੂੰ ਸੁਗੰਧਿਤ ਬਣਾਉਣਾ, ਸਰਵਣ ਸਿਮਰਨ ਕੀਰਤਨ ਪਾਦ ਸੇਵ ਅਰਚਾਨ। ਅਰਚਾਨ ਦਾ ਮਤਲਬ ਹੁੰਦਾ ਫੁੱਲ ਲਿਆ ਕੇ ਰੱਖਣੇ, ਸੁਗੰਧੀ ਦਾ ਛਿੜਕਾਅ ਕਰਨਾ ਜਿੱਥੇ ਮਹਾਰਾਜ ਜੀ ਦਾ ਦਰਬਾਰ ਹੋਵੇ। ਦਾਸਾ ਸਾਖਪਨ ਬੰਦਨਾ ਸਰਬ ਨਿਵੇਦਨ ਜਾਨ। ਦਾਸਾ ਭਾਵ ਧਾਰਨ ਕਰਨਾ, ਸੇਵਕ ਭਾਵ ਰੱਖਣਾ। ਫਿਰ ਬੰਦਨਾ ਦਾ ਅਰਥ ਹੈ ਮੱਥਾ ਟੇਕਣਾ। ਮਹਾਰਾਜ ਜੀ ਨੂੰ ਨਮਸਕਾਰ ਕਰਨੀ, ਮੱਥਾ ਟੇਕਣਾ ਵੀ ਭਗਤੀ ਹੈ। ਦਾਸਾ ਸਾਖਪਨ ਬੰਦਨਾ। ਫਿਰ ਸਖਾਪਣ, ਇਹ ਸਮਝਣਾ ਵੀ ਮਹਾਰਾਜ ਮੇਰੇ ਹੈ ਤੇ ਮੈਂ ਗੁਰੂ ਸਾਹਿਬ ਦਾ, ਆਪਣੇ ਸਮਝਣਾ ਮਹਾਰਾਜ ਜੀ ਐਨ ਮਨੋਂ ਭਾਵਨਾ ਕਰਕੇ, ਇਹ ਵੀ ਇੱਕ ਭਗਤੀ। ਤੇ ਸਰਬ ਨਿਵੇਦਨ ਜਾਣ, ਸਭ ਕੁਝ ਜੋ ਵੀ ਆਪਣੇ ਕੋਲ ਹੈ ਉਹ ਮਹਾਰਾਜ ਜੀ ਦਾ ਦਿੱਤਾ ਜਾਣਨਾ। ਸਰਬ ਨਿਵੇਦਨ, ਜੋ ਕੁਝ ਵੀ ਹੈ ਸਾਰਾ ਮਹਾਰਾਜ ਜੀ ਦਾ ਦਿੱਤਾ ਹੋਇਆ ਸਮਝਣਾ, ਇਹ ਵੀ ਸਾਧ ਸੰਗਤ ਜੀ ਇੱਕ ਭਗਤੀ ਹੈ। 9 ਪ੍ਰਕਾਰ ਦੀ ਭਗਤੀ ਮੰਨਦੇ ਨੇ ਗੁਰਮੁਖ। ਇੱਕ ਵੀ ਇਹਦੇ ਵਿੱਚੋਂ ਕੀਤੀ ਜਾਵੇ ਪਰ ਉਹਦੇ ਵਿੱਚ ਪ੍ਰੇਮ ਹੋਵੇ, ਉਹਨੂੰ ਕਹਿ ਦਿੰਦੇ ਪ੍ਰੇਮਾ ਭਗਤੀ। ਸਾਧ ਸੰਗਤ ਬਿਨ ਭਾਵ ਨਹੀਂ ਉਪਜੇ, ਕਹਿੰਦੇ ਉਹ ਪ੍ਰੇਮ ਬਿਨਾਂ ਸੰਗਤ ਕੀਤੇ ਤੋਂ ਮਨ 'ਚ ਪੈਦਾ ਨਹੀਂ ਹੁੰਦਾ। ਕਿਉਂ? ਕਿਉਂਕਿ ਸੰਗਤ ਵਿੱਚ ਮਹਾਰਾਜ ਜੀ ਦੀ ਮਹਾਨਤਾ, ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦੀ ਵਿਆਖਿਆ ਹੋਵੇਗੀ, ਪ੍ਰੇਮ ਦੀ ਵਿਆਖਿਆ ਹੋਵੇਗੀ। ਵਿਦਵਾਨ ਗੁਰਮੁਖਾਂ ਦੇ ਬਚਨ ਨੇ, ਪ੍ਰੇਮ ਕੋ ਪ੍ਰਭਾਵ ਕੈਸੇ ਮਿੱਠੂ ਹੈ ਰਸਾਲ ਜੈਸੇ, ਕੈਸੇ ਹੈ ਰਸਾਲ ਜੈਸੇ ਮੇਵਾ ਮੂੰਗ ਦਾਨੀ ਹੈ। ਏਡਾ ਵੱਡਾ ਪ੍ਰੇਮ ਦਾ ਪ੍ਰਭਾਵ ਹੁੰਦਾ। ਇੰਨੀ ਬਖਸ਼ਿਸ਼ ਹੈ ਪ੍ਰੇਮ ਵਿੱਚ। ਸਭ ਰਸਦਾਇਕ ਚੀਜ਼ਾਂ ਇੱਕ ਬੰਨੇ ਹੋਣ ਤੇ ਦੂਸਰੇ ਬੰਨੇ ਮਨ ਦਾ ਪ੍ਰੇਮ ਹੋਵੇ, ਜਿੱਤ ਪ੍ਰੇਮ ਦੀ ਹੋਵੇਗੀ। ਜਿਵੇਂ ਭਾਈ ਮਲਾਗਰ ਸਿੰਘ ਜੀ ਨੂੰ ਰੁੱਖਾ ਮਿੱਸਾ ਜਾਂ ਪਦਾਰਥ ਛਕਾ ਕੇ ਉਹਨੇ ਆਖਿਆ ਸੀ, ਭਾਈ ਮਲਾਗਰ ਸਿੰਘ ਨੇ ਜਾ ਕੇ ਕਲਗੀਧਰ ਪਾਤਸ਼ਾਹ ਜੀ ਨੂੰ ਵੀ ਅੱਜ ਬਹੁਤ ਆਨੰਦ ਆਇਆ ਕੁਝ ਛਕ ਕੇ। ਜਿਨ੍ਹਾਂ ਨੂੰ ਪਤਾ ਸੀ ਇਹ ਛਕਾ ਨਹੀਂ ਸਕਦਾ, ਉਹਨਾਂ ਆਖਿਆ ਇਹ ਕੀ ਛਕਾ ਸਕਦਾ ਸੀ, ਕੀ ਆਨੰਦ ਆਉਣਾ। ਤੇ ਉਸ ਵੇਲੇ ਭਾਈ ਮਲਾਗਰ ਸਿੰਘ ਤੋਂ ਪੁੱਛਿਆ ਮਹਾਰਾਜ 10ਵੇਂ ਪਾਤਸ਼ਾਹ ਜੀ ਨੇ ਵੀ ਕੀ ਐਸਾ ਛਕ ਆਇਆ ਤੂੰ, ਇੰਨਾ ਆਨੰਦ ਆਇਆ?
ਉਹਨੇ ਆਖਿਆ ਜੀ ਛਕੀਆਂ ਤਾਂ ਪਪੀਲਕਾਂ ਹੀ ਆ, ਪਰ ਇਹਨੇ ਪ੍ਰੇਮ ਨਾਲ ਇਹਨੇ ਜਿਹੜੀਆਂ ਛਕਾਈਆਂ ਆਨੰਦ ਉਸ ਕਰਕੇ ਸੀ। ਮਹਾਰਾਜ ਨੇ ਆਖਿਆ ਹਾਂ ਭਾਈ, ਅਸਲ ਵਿੱਚ ਸਾਰੇ ਪਦਾਰਥਾਂ ਤੋਂ ਉੱਤਮ ਰਸ ਪ੍ਰੇਮ ਦਾ ਹੈ। ਪ੍ਰੇਮ ਹੈ ਉਹ ਇੱਕ ਭਗਤੀ ਬਣ ਜਾਂਦੀ, ਪਰ ਪ੍ਰੇਮ ਬਿਨਾਂ ਸੰਗਤ ਕੀਤੇ ਤੋਂ ਪੈਦਾ ਨਹੀਂ ਹੁੰਦਾ, ਤੇ ਬਿਨਾਂ ਪ੍ਰੇਮ ਦੇ ਭਗਤੀ ਤੋੜ ਨਹੀਂ ਚੜ੍ਹਦੀ, ਨਿਭ ਨਹੀਂ ਸਕਦੀ। ਸਾਧ ਸੰਗਤ ਬਿਨ ਭਾਵ ਨਹੀਂ ਉਪਜੇ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਇਹ ਗੁਰੂ ਸਾਹਿਬ ਜੀ ਨੇ ਤਾਂ ਸਾਧ ਸੰਗਤ ਜੀ ਬਹੁਤ ਪ੍ਰਮਾਣ ਦਿੱਤੇ। ਪ੍ਰਮਾਣੂ ਪ੍ਰਜੰਤ ਆਕਾਸ਼ ਦੀਪ ਲੋ ਸੇ ਖੰਡਣ, ਗਾਸ਼ੇਣ ਨੈਣ ਭਾਰੇਣ ਨਾਨਕ ਬਿਨਾ ਸਾਧੂ ਨਾ ਸਿੱਧੇ। ਅਤੇ ਕਹਿੰਦੇ ਬਿਨਾਂ ਸਾਧ ਸੰਗਤ ਕੀਤੇ ਬਿਨਾਂ ਕਲਿਆਣ ਹੋ ਹੀ ਨਹੀਂ ਸਕਦੀ। ਭਾਵੇਂ ਕੋਈ ਸਾਰੀ ਧਰਤੀ ਦਾ ਭ੍ਰਮਣ ਕਰੇ, ਉਹ ਵੀ ਨੇਤਰਾਂ ਪਰਨੇ ਨੈਣਾ ਭਾਰ ਹੋ ਕੇ। ਫਿਰ ਇਹ ਵੀ ਮਹਾਰਾਜ ਨੇ ਬਚਨ ਕੀਤੇ, ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਵਖਾਣੀ ਹੈ। ਸੰਗਤ ਦੀ ਇਹ ਪਰਿਭਾਸ਼ਾ ਦੱਸੀ ਵੀ ਜਿੱਥੇ ਸਿਰਫ ਨਾਮ ਦੀ ਗੱਲ ਚੱਲੇ, ਨਾਮ ਦਾ ਚਰਚਾ ਚੱਲੇ, ਨਾਮ ਦੀ ਵਿਆਖਿਆ ਹੋਵੇ, ਨਾਮ ਦੀ ਮਹਾਨਤਾ ਬਾਰੇ ਦੱਸਿਆ ਜਾਵੇ, ਐਸੀਆਂ ਵਿਚਾਰਾਂ ਕੀਤੀਆਂ ਜਾਣ, ਉਹਨੂੰ ਸਤ ਸੰਗਤ ਕਹਿੰਦੇ ਗੁਰਮੁਖੋ। ਉਹ ਸ੍ਰੇਸ਼ਟ ਸਮਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਆਪਾਂ ਨੂੰ ਰੋਜ਼ ਦੀ ਤਰ੍ਹਾਂ ਬਖਸ਼ਿਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਕਿਰਪਾ ਕਰਦੇ ਆਓ, ਇਕਾਗਰਤਾ ਬਣੇ ਆਪਣੇ ਮਨਾਂ ਦੀ, ਜਿਸ ਕਰਕੇ ਭਲਾ ਹੋਵੇ। ਸੋਠ ਮਹੱਲਾ ਪੰਜਵਾ। ਸੁਖੀਏ ਕੋ ਭਿਖੇ ਸਭ ਸੁਖੀਆ, ਰੋਗੀ ਕਾ ਭਾਣੇ ਸਭ ਰੋਗੀ। ਜਿਸ ਤਰ੍ਹਾਂ ਦੀ ਕਿਸੇ ਦੀ ਆਪਣੀ ਅੰਦਰਲੀ ਅਵਸਥਾ ਹੁੰਦੀ, ਉਸੇ ਤਰ੍ਹਾਂ ਦੇ ਉਹਨੂੰ ਬਾਕੀ ਦੁਨੀਆ ਦੇ ਲੋਕ ਦਿਸਦੇ। ਜਿਸ ਤਰ੍ਹਾਂ ਦਾ ਉਸਦਾ ਆਪਣਾ ਅੰਦਰ ਹੈ, ਉਸੇ ਤਰ੍ਹਾਂ ਉਹ ਬਾਕੀਆਂ ਬਾਰੇ ਸੋਚੇਗਾ। ਮਹਾਰਾਜ ਕਹਿੰਦੇ ਜਿਹੜਾ ਆਤਮਿਕ ਤੌਰ ਤੇ ਸੁਖੀ ਹੈ, ਉਹਦੇ ਵਾਸਤੇ ਸਾਰੇ ਆਤਮਿਕ ਤੌਰ ਤੇ ਸੁਖੀ ਹੁੰਦੇ, ਪਰ ਜਿਹੜਾ ਅੰਦਰੋਂ ਆਪ ਰੋਗੀ ਹੈ, ਉਹਦੇ ਵਾਸਤੇ ਸਾਰੇ ਰੋਗੀ ਹੈ। ਕਿਉਂਕਿ ਜਿਹੜਾ ਮਨਮੁਖਤਾ ਹੀ ਕਰਨ ਵਾਲਾ, ਪਾਮਰਤਾ ਹੀ ਕਰਨ ਵਾਲਾ, ਉਹਨੂੰ ਦੁਨੀਆ ਤੇ ਕੋਈ ਗੁਰਮੁਖ ਨਹੀਂ ਦਿਸਦਾ ਹੁੰਦਾ ਕਦੇ ਵੀ। ਉਹਨੂੰ ਉਹਦੇ ਵਿੱਚੋਂ ਵੀ ਸਿਰਫ ਔਗਣ ਹੀ ਲੱਭਣੇ। ਜਿਵੇਂ ਦੁਰਯੋਧਨ ਨੂੰ ਤੇ ਯੁਧਿਸ਼ਟਰ ਨੂੰ ਆਂਦੇ, ਦੋਵਾਂ ਨੂੰ ਆਖਿਆ ਗਿਆ ਸੀ। ਦੁਰਯੋਧਨ ਨੂੰ ਆਖਿਆ ਕੋਈ ਚੰਗਾ ਬੰਦਾ ਲੱਭ ਕੇ ਲਿਆ, ਫਿਰ ਤੁਰ ਕੇ ਆ ਗਿਆ ਸ਼ਾਮ ਨੂੰ, ਕਹਿੰਦਾ ਹੈ ਹੀ ਨਹੀਂ ਕੋਈ ਚੰਗਾ, ਕੋਈ ਨਾ ਕੋਈ ਔਗਣ ਤਾਂ ਸਾਰਿਆਂ 'ਚ ਹੀ ਹੈਗਾ। ਯੁਧਿਸ਼ਟਰ ਨੂੰ ਆਖਿਆ ਤੂੰ ਕੋਈ ਮਾੜਾ ਬੰਦਾ ਲੱਭ ਕੇ ਲਿਆਓ, ਕਹਿੰਦਾ ਜੀ ਸਭ ਤੋਂ ਮਾੜਾ ਤਾਂ ਮੈਂ ਹੀ ਹਾਂ, ਮੈਨੂੰ ਤਾਂ ਲੱਭਾ ਨਹੀਂ ਕੋਈ ਮਾੜਾ। ਕਿਉਂਕਿ ਜਿਸ ਤਰ੍ਹਾਂ ਦੀ ਆਪਣੀ ਅੰਦਰਲੀ ਕਿਸੇ ਦੀ ਅਵਸਥਾ, ਉਸੇ ਤਰ੍ਹਾਂ ਦੀ ਸੋਚ ਹੁੰਦੀ, ਉਹਦੇ ਅਨੁਸਾਰ ਮਹਾਰਾਜ ਕਹਿੰਦੇ ਸੁਖੀਏ ਕੋ ਭਿਖੇ ਸਭ ਸੁਖੀਆ। ਸੁਖੀ ਨੂੰ ਸਾਰੇ ਸੁਖੀ ਦਿਸਦੇ ਆ, ਰੋਗੀ ਕੇ ਭਾਣੇ ਸਭ ਰੋਗੀ। ਜਿਹੜਾ ਆਪ ਰੋਗੀ ਅੰਦਰੋਂ, ਉਹਦੇ ਵਾਸਤੇ ਸਾਰੇ ਰੋਗੀ ਹੁੰਦੇ। ਕਰਨ ਕਰਾਵਣ ਹਾਰ ਸੁਆਮੀ, ਆਪਣ ਹਾਥ ਸੰਜੋਗੀ। ਸੰਜੋਗ ਦਾ ਅਰਥ ਹੁੰਦਾ ਮਿਲਾਉਣਾ। ਜਿਸ ਤਰ੍ਹਾਂ ਦੀ ਕਿਸੇ ਦੀ ਆਪਣੀ ਸੋਚ ਹੈ, ਜਾਂ ਦੁੱਖ ਹੈ, ਸੁੱਖ ਹੈ, ਜੋ ਅਨੁਭਵ ਕਰਦਾ, ਇਹ ਸੰਜੋਗ ਅਕਾਲ ਪੁਰਖ ਵਾਹਿਗੁਰੂ ਦੇ ਹੱਥ 'ਚ ਹੈ। ਕਰਨ ਕਰਾਵਣ ਹਾਰ ਸੁਆਮੀ ਕਹਿੰਦੇ ਸਾਰੇ ਕਾਰਜਾਂ ਨੂੰ ਕਰਨ ਦੀ ਸਮਰੱਥਾ ਅਕਾਲ ਪੁਰਖ ਵਾਹਿਗੁਰੂ 'ਚ ਹੈ। ਆਪਣ ਹਾਥ ਸੰਜੋਗੀ, ਇਹ ਸੰਜੋਗ ਬਣਾਉਣਾ ਭਲੇ ਦਾ, ਬੁਰੇ ਦਾ, ਪਾਪ ਦਾ, ਪੁੰਨ ਦਾ, ਇਹ ਕਹਿੰਦੇ ਗੁਰਮੁਖੋ ਪਰਮੇਸ਼ਰ ਦੇ ਹੱਥ ਵਿੱਚ ਹੈ। ਕੀਤੇ ਹੋਏ ਕਰਮ ਅਨੁਸਾਰ ਉਸ ਨੇ ਇਹ ਸੰਜੋਗ ਬਣਾਉਣਾ ਹੁੰਦਾ ਵੀ ਕਿਸ ਤਰ੍ਹਾਂ ਦੀ ਕਿਸੇ ਦੀ ਮਾਨਸਿਕ ਅਵਸਥਾ। ਮਨ ਮੇਰੇ ਜਿਹਨੇ ਆਪਣਾ ਭਰਮ ਗਵਾਤਾ, ਕਹਿੰਦੇ ਮੇਰਾ ਮਨਾ ਜਿਹਨੇ ਆਪਣੇ ਅੰਦਰੋਂ ਭਰਮ ਦੂਰ ਕਰ ਲਿਆ, ਜਿਸ ਦੇ ਅੰਦਰੋਂ ਭਰਮ ਨਿਕਲ ਗਿਆ। ਤਿਸ ਕਾ ਭਾਣਾ ਕੋਈ ਨਾ ਭੂਲਾ, ਜਿਨ ਸਗਲੋ ਬ੍ਰਹਮ ਪਛਾਤਾ। ਕਹਿੰਦੇ ਉਸ ਵਾਸਤੇ ਤੇ ਕੋਈ ਵੀ ਭੁੱਲਿਆ ਨਹੀਂ, ਉਹਦੇ ਵਾਸਤੇ ਸਾਰਿਆਂ ਵਿੱਚ ਹੀ ਰੱਬ, ਕਿਉਂਕਿ ਭਰਮ ਨਿਕਲ ਗਿਆ। ਇਸ ਕਰਕੇ ਸਾਰਿਆਂ ਵਿੱਚ ਪ੍ਰਮਾਤਮਾ ਦੀ ਜੋਤ ਤੱਕਦਾ, ਭਾਵੇਂ ਕੋਈ ਪਾਪੀ ਹੈ, ਪੁੰਨੀ ਹੈ, ਮਨਮੁਖ ਹੈ, ਗੁਰਮੁਖ ਹੈ, ਉੱਚਾ ਨੀਵਾਂ, ਗਰੀਬ ਅਮੀਰ, ਉਹਨੂੰ ਸਾਰਿਆਂ 'ਚ ਰੱਬੀ ਜੋਤ ਹੀ ਦਿਸਦੀ, ਕਿਉਂਕਿ ਅੰਦਰੋਂ ਭਰਮ ਨਿਕਲ ਗਿਆ। ਅਰਹਾਉ ਬਸਰਾਮ ਦੇ ਕੇ ਕਿਰਪਾ ਕਰਦੇ, ਸੰਤ ਸੰਗ ਜਾ ਕਾ ਮਨ ਸੀਤਲੋ, ਜਾਣੇ ਸਗਲੀ ਠੰਡੀ। ਸਤ ਸੰਗਤ ਕਰਦਿਆਂ ਜਿਨ੍ਹਾਂ ਦਾ ਮਨ ਠੰਡਾ ਹੋ ਜਾਂਦਾ, ਉਹਨਾਂ ਵਾਸਤੇ ਸਾਰੀ ਦੁਨੀਆ ਹੀ ਠੰਡੀ, ਉਹਨਾਂ ਵਾਸਤੇ ਸਾਰੇ ਪਾਸੇ ਠੰਡ ਹੀ ਵਰਤ ਰਹੀ ਹੁੰਦੀ। ਪਰ ਫਿਰ ਵੀ ਕਿਸੇ ਗੁਰਮੁਖ ਦੀ ਸੰਗਤ ਵਿੱਚੋਂ ਸਾਧ ਸੰਗਤ ਜੀ ਮੋੜ ਪੈਂਦਾ। ਸੰਤ ਸੰਗ ਜਾ ਕਾ ਮਨ ਸੀਤਲ, ਜਿਨ੍ਹਾਂ ਦਾ ਮਨ ਸੀਤਲ ਹੁੰਦਾ, ਉਹਨਾਂ ਦੀ ਸੰਗਤ ਕਰਨ ਵਾਲਿਆਂ ਦੇ ਵੀ ਮਨ ਨੂੰ ਠੰਡ ਪੈਂਦੀ। ਕੋਈ ਨਾ ਕੋਈ ਅਸਲ 'ਚ ਬਹਾਨਾ ਬਣਨਾ ਹੁੰਦਾ ਭਲੇ ਬੰਦਿਆਂ ਦੀ ਸੰਗਤ ਵਿੱਚ।
ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਸਬੱਬ ਬਣਿਆ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸੰਗਤ ਵਿੱਚ ਜਾਣ ਦਾ, ਤੇ ਦੋ ਕਾਰਨ ਬਣੇ ਸਨ। ਪਹਿਲਾਂ ਖਡੂਰ ਸਾਹਿਬ ਤੋਂ ਮਹਾਰਾਜ ਸਵੇਰੇ ਸਵੇਰੇ ਅੰਮ੍ਰਿਤ ਵੇਲੇ ਬਾਹਰ ਨਿਕਲੇ ਤੇ ਭਾਈ ਜੋਧ ਜੀ ਇਹ ਆਸਾ ਦੀ ਵਾਰ ਦੀ ਪੌੜੀ ਬੋਲਦੇ ਪਏ ਸੀ। ਜਿਤ ਸੇਵਿਆ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ। ਜਿਤ ਕੀਤਾ ਪਾਈਐ, ਆਪਣਾ ਸਾ ਭਾਲ ਕਾਲ ਬੁਰੀ ਕਿਉ ਕਾਲੀਐ। ਮੰਦਾ ਮੂਲ ਨਾ ਕੀ ਚਾਹੀਦੇ, ਲੰਮੀ ਨਦਰ ਨਿਹਾਲੀਐ। ਜੇ ਸਾਹਿਬ ਨਾਲ ਨਾ ਹਾਰੀਏ, ਇਹ ਵੇਹਾ ਪਾਸਾ ਢਾਲੀਐ। ਕਰ ਲਾਹੇ ਕਿਸ ਲਾਹੇ ਉੱਪਰ ਕਾਲੀਐ। ਇਹ ਪੌੜੀ ਭਾਈ ਜੋਧ ਜੀ ਪੜ੍ਹਦਾ ਪਿਆ ਸੀ ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਸਰਵਣਾ ਚ ਪਈ। ਬੜੀ ਮਨ ਨੂੰ ਖਿੱਚ ਵੱਜੀ ਵੀ ਕਮਾਲ ਦੇ ਬਚਨ ਕੀਤੇ ਮਹਾਰਾਜ ਨੇ। ਜਿਤ ਸੇਵਿਆ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ। ਜਿਤ ਕੀਤਾ ਪਾਈਐ, ਆਪਣਾ ਸਾ ਕਾਲ ਬੁਰੀ ਕਿਉਂ ਘਾਲੀਐ। ਕਹਿੰਦੇ ਜਿਸ ਪ੍ਰਮਾਤਮਾ ਨੂੰ ਸੇਵਿਆਂ ਚੇਤੇ ਕੀਤਿਆਂ ਸੁਖ ਬਣ ਜਾਂਦੇ ਗੁਰਮੁਖੋ, ਉਹਨੂੰ ਕਿਉਂ ਛੱਡਣਾ ਫਿਰ। ਤੇ ਫਿਰ ਜੇ ਕੀਤੇ ਹੋਏ ਆਪਣੇ ਕਰਮਾਂ ਦਾ ਫਲ ਭੋਗਣਾ ਪੈਣਾ ਤਾਂ ਫਿਰ ਕਰਮ ਵਿਚਾਰ ਕੇ ਕਰੇ ਬੰਦਾ। ਬੜੇ ਹੈਰਾਨ ਹੋ ਕੇ ਭਾਈ ਜੋਧ ਜੀ ਨੂੰ ਪੁੱਛਿਆ ਸੀ ਵੀ ਇਹ ਕਿਹਨਾਂ ਦੇ ਬਚਨ ਨੇ। ਪਹਿਲੀ ਵਾਰ ਕੰਨਾਂ 'ਚ ਪਏ ਸੀ। ਉਹਨਾਂ ਨੇ ਆਖਿਆ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ। ਪੁੱਛਿਆ ਉਹ ਕਿੱਥੇ ਨੇ? ਕਹਿੰਦੇ ਕਰਤਾਰਪੁਰ। ਕਿਉਂਕਿ ਭਾਈ ਜੋਧ ਦਰਸ਼ਨ ਕਰਨ ਜਾਂਦੇ ਸੀ, ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਭਾਈ ਜੋਧ ਜੀ ਜਾਂਦੇ ਰਹਿੰਦੇ ਸੀ। ਉਹਨਾਂ ਨੇ ਦੱਸਿਆ ਕੁਝ ਮਨ 'ਚ ਖਿੱਚ ਵੱਜੀ, ਸਬੱਬ ਬਣਿਆ। ਥੋੜੇ ਦਿਨਾਂ ਬਾਅਦ ਇੱਕ ਹੋਰ ਘਟਨਾ ਵਾਪਰੀ। ਭਾਈ ਸ਼ੀਆਂ ਜੀ ਖਡੂਰ ਸਾਹਿਬ ਦੇ ਰਹਿਣ ਵਾਲੇ, ਮਜ਼ਦੂਰੀ ਕਰਕੇ ਆਪਣਾ ਪਰਿਵਾਰ ਪਾਲਦੇ ਤੇ ਉਹ ਜਿੰਨੀ ਕੁ ਰੋਜ਼ ਦੀ ਉਹਨਾਂ ਦੀ ਹੁੰਦੀ ਹੈ ਕੋਈ ਮਿਹਨਤ, ਉਹ ਆਣ ਕੇ ਪਾਵਨ ਲਹਿਣਾ ਜੀ ਕੋਲੋਂ ਆਪਣੇ ਪਰਿਵਾਰ ਵਾਸਤੇ ਰਸਤ ਪਾਣੀ ਲੈਂਦੇ। ਕਿਉਂਕਿ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਪਿਤਾ ਬਾਬਾ ਫੇਰੂਮਲ ਜੀ ਦੀ ਦੁਕਾਨ ਸੀ, ਉਹੀ ਗੁਰੂ ਅੰਗਦ ਦੇਵ ਸਾਹਿਬ ਜੀ ਕਰਦੇ ਸੀ। ਇੱਕ ਦਿਨ ਉਹ ਭਾਈ ਸ਼ੀਆਂ ਜੀ ਆਏ, ਉਹਨਾਂ ਨੇ ਆਣ ਕੇ ਥੋੜੀ ਕਮਾਇਆ ਦਿੱਤੀ ਤੇ ਉਹਦੇ ਬਦਲੇ ਪ੍ਰਸ਼ਾਦੇ ਪਾਣੀ ਵਾਸਤੇ ਰਸਤ ਮੰਗੀ। ਹੁਣ ਗੁਰੂ ਅੰਗਦ ਦੇਵ ਮਹਾਰਾਜ ਵੀ ਉੱਥੋਂ ਦੇ ਉਸੇ ਪਿੰਡ ਦੇ ਹੀ ਆ, ਤਾਂ ਉਹ ਭਾਈ ਸ਼ੀਆਂ ਵੀ ਉਸੇ ਪਿੰਡ ਦੇ, ਇੱਕ ਦੂਜੇ ਦਾ ਪਤਾ ਸੀ। ਤੇ ਮਹਾਰਾਜ ਜੀ ਨੇ ਜਿੰਨੇ ਕੁ ਉਹਦੇ ਪੈਸੇ ਸੀ ਭਾਈ ਸ਼ੀਆਂ ਦੇ, ਉਹਦੇ ਤੋਂ ਵੱਧ ਉਹਨਾਂ ਦੀ ਝੋਲੀ 'ਚ ਕੋਈ ਰਸਤ ਪਾਣੀ ਕੋ ਆਟਾ ਪਾਇਆ। ਭਾਈ ਸ਼ੀਆਂ ਜੀ ਨੇ ਆਖਿਆ ਵੀ ਇਹ ਬਾਬਾ ਲਹਿਣਾ ਜੀ, ਇਹ ਤੁਸੀਂ ਇੰਨੇ ਪੈਸੇ ਤਾਂ ਨਹੀਂ ਸੀ ਜਿੰਨੇ ਤੁਸੀਂ ਦਿੱਤਾ ਮੈਨੂੰ ਸਮਾਨ, ਤੁਸੀਂ ਜ਼ਿਆਦੀ ਦੇ ਦਿੱਤੀ ਸਮੱਗਰੀ। ਤਾਂ ਮਹਾਰਾਜ ਜੀ ਨੇ ਆਖਿਆ ਹਾਂ ਮੈਨੂੰ ਪਤਾ ਭਾਈ ਸ਼ੀਆਂ, ਕੋਈ ਨਹੀਂ, ਫਿਰ ਕਿਸੇ ਵੇਲੇ ਹਿਸਾਬ ਕਿਤਾਬ ਹੋ ਜੂ। ਮੈਨੂੰ ਪਤਾ ਵੀ ਅੱਜ ਤੇਰੀ ਮਜ਼ਦੂਰੀ ਥੋੜੀ ਬਣੀ ਹੋਣੀ, ਅੱਜ ਪੈਸੇ ਘੱਟ ਨੇ, ਪਰ ਮੈਨੂੰ ਤੇਰੇ ਪਰਿਵਾਰ ਦਾ ਵੀ ਪਤਾ। ਹੁਣ ਜਿੰਨੇ ਤੇਰੇ ਪੈਸੇ ਨੇ ਇੰਨੇ ਨਾਲ ਤਾਂ ਨਹੀਂ ਪਰਿਵਾਰ ਨੇ ਪ੍ਰਸ਼ਾਦਾ ਛਕ ਲੈਣਾ, ਇਸ ਲਈ ਮੈਂ ਆਪਣੇ ਕੋਲੋਂ ਦਿੱਤਾ ਇਹ। ਕੋਈ ਗੱਲ ਨਹੀਂ, ਅੱਜ ਤੇਰੀ ਮਾਇਆ ਘੱਟ। ਪਰ ਭਾਈ ਸ਼ੀਆਂ ਜੀ ਨੇ ਆਖਿਆ ਨਹੀਂ ਜੀ ਬਾਬਾ ਲਹਿਣਾ ਜੀ, ਇਹ ਤੁਸੀਂ ਕੱਢ ਲਓ, ਮੈਨੂੰ ਓਨਾ ਹੀ ਚਾਹੀਦਾ ਜਿੰਨੇ ਮੇਰੇ ਪੈਸੇ ਸੀ। ਜਿੰਨੀ ਮਾਇਆ ਮੈਂ ਤੁਹਾਨੂੰ ਦਿੱਤੀ ਹੈ, ਮੈਨੂੰ ਓਨੀ ਹੀ ਰਸਤ ਚਾਹੀਦੀ ਹੈ। ਤਾਂ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਆਖਿਆ ਵੀ ਮੈਂ ਆਪਣੀ ਖੁਸ਼ੀ ਨਾਲ ਦੇ ਰਿਹਾ, ਤੇਰੇ ਤੇ ਕੋਈ ਆਸਾਨ ਨਹੀਂ ਕੀਤਾ, ਤੂੰ ਲੈ ਲਾ ਭਾਈ। ਉਹਨੇ ਕਿਹਾ ਨਹੀਂ ਜੀ ਮੈਨੂੰ ਨਹੀਂ ਚਾਹੀਦੀ, ਤੁਸੀਂ ਓਨੀ ਦਿਓ ਜਿੰਨੇ ਪੈਸੇ ਦਿੱਤੇ, ਬਾਕੀ ਵਾਪਸ ਲੈ ਲਓ। ਮਹਾਰਾਜ ਜੀ ਨੇ ਕੱਢੀ ਤੇ ਪੁੱਛਿਆ ਵੀ ਇਹ ਭਾਈ ਸ਼ੀਆਂ ਤੈਨੂੰ ਕਿਹਨੇ ਦੱਸਿਆ, ਤੂੰ ਲੈ ਕਿਉਂ ਨਹੀਂ ਰਿਹਾ? ਉਹਨੇ ਆਖਿਆ ਮੈਂ ਮਹਾਰਾਜ ਦੇ ਦਰਸ਼ਨ ਕਰਨ ਗਿਆ ਸਾਂ ਕਰਤਾਰਪੁਰ, ਉਥੋਂ ਉਹਨਾਂ ਨੇ ਆਖਿਆ ਸੀ ਬਈ ਪਰਾਇਆ ਹੱਕ ਖਾਣਾ ਚੰਗਾ ਨਹੀਂ ਹੁੰਦਾ। ਹੁਣ ਵੀ ਆਪਾਂ ਮਹਾਰਾਜ ਦੇ ਬਚਨ ਪੜ੍ਹਦੇ ਹਾਂ ਤਾਂ ਗੁਰੂ ਸਾਹਿਬ ਜੀ ਦੇ ਬਚਨ ਨੇ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਧਾ ਪਰ ਜਾਂ ਮੁਰਦਾਰ ਨਾ ਖਾ। ਕਹਿੰਦੇ ਨੇ ਇਹ ਪਰਾਇਆ ਹੱਕ ਖਾਣਾ ਕਿਸੇ ਲਈ ਸੂਰ ਖਾਣ ਦੇ ਬਰਾਬਰ, ਕਿਸੇ ਲਈ ਗਊ ਖਾਣ ਦੇ। ਗੁਰਪੀਰ ਤਾਂ ਹੀ ਹਾਮੀ ਭਰੇਗਾ ਜੇ ਏਦਾਂ ਨਹੀਂ ਕੀਤਾ ਤੇ। ਇਸ ਲਈ ਭਾਈ ਸ਼ੀਆਂ ਨੇ ਆਖਿਆ ਜੀ ਮੈਂ ਤਾਂ ਮਹਾਰਾਜ ਦਾ ਬਚਨ ਪੱਲੇ ਬੰਨਿਆ, ਜਿੰਨੇ ਮੇਰੇ ਹੈਗੇ ਉਹਨਾਂ ਹੀ ਮੈਨੂੰ ਦਿਓ, ਵੱਧ ਮੈਨੂੰ ਨਹੀਂ ਚਾਹੀਦਾ। ਜਿਹੜਾ ਮੇਰਾ ਹੱਕ ਹੀ ਨਹੀਂ ਉਹ ਕਿਉਂ ਖਾਵਾਂ? ਬੜੇ ਹੈਰਾਨ ਹੋਏ ਉਦੋਂ ਫਿਰ ਗੁਰੂ ਅੰਗਦ ਦੇਵ ਮਹਾਰਾਜ, ਕਿਉਂਕਿ ਥੋੜੇ ਦਿਨ ਪਹਿਲਾਂ ਭਾਈ ਜੋਧ ਤੋਂ ਬਚਨ ਸੁਣਿਆ ਸੀ, ਥੋੜੇ ਦਿਨ ਬਾਅਦ ਭਾਈ ਸ਼ੀਆਂ ਤੋਂ ਸੁਣ ਲਿਆ। ਫੇਰ ਮਨ 'ਚ ਖਿੱਚ ਵੱਜੀ ਸੀ ਵੀ ਕਰਤਾਰਪੁਰ ਜਾ ਕੇ ਮਹਾਰਾਜ ਦੇ ਦਰਸ਼ਨ ਕਰਨੇ ਚਾਹੀਦੇ।
भी जिन्हां दी इन्नी शोभा, कैसी कमाल दा उपदेश ये कमा रहे ने बंदे। ये कोई अमीर भी नहीं है, पर गुरु दा भजन किन्ना पल्ले बन्निया। तां वो सबब बनिया सी करतारपुर जाण दा गुरु अंगद देव साहब जी दा। सो महाराज ने भजन कीते, संत संग जाका मन शीतल। किसे गुरमुख दी साधु दी संगत करनी चाहिए, पर उसकी जिसका अपना मन शीतल होवे, अपना मन ठहरिया होवे, जिसदे अपने मन च तृष्णा की भट्ठी बली जाती है। हुण कोई किसी तरह के कपड़े पा के तो संत बन नहीं सकता, भी कोई विशेष वस्त्र पा लीए तो वो कोई संत समझण लग पे जी, क्योंकि इदां भी चलता ही है। जिन्हां वस्त्रां दा सत्कार करदी संगत, कईयां ने उदां ही वो पाए हुंदे, क्योंकि वो चलदा। पर महाराज जी ने तो उवें पंजवें पातशाह जी ने साधु दियां निशानियां दसियां। 6 मंत्रंग राम राम नामंग ध्यानंग सर्वत्र पूर्ण है, ज्ञानंग सम दुख सुखंग जुग निर्मल निर्वैरण है। महाराज कहते जिहदे कोई विच आह गुण होण वो साधु हुंदा असल च। क्यों? क्योंकि साधु दे अपने अंदर शांति है, ਉਹਦੇ अपने अंदर कोई वकार नहीं, कोई अग नहीं हैगी ईरखा दी, कोई तृष्णा दी। ਉਹਦਾ अपना मन शीतल है। भाई गुरदास जी कहते हैं, थमे कोई ना साध बिन साधना दिसा जग विच कोआ। कहते साधु तो बिना कोई थमी नहीं दे सकता, तो साधु दिसदा कोई नहीं, कोई विरला विरला ही हुंदा जिसदा अपना मन शांत होवे। संत संग जागा मन शीतल, वह जाने सगली ठंडी। कहते वो फिर ओदी संगत कीतियां मन नूं ठंड पैंदी है। जिसदा मन शीतल हो जाता ਉਹਦੇ वास्ते ਉਹਨੂੰ ਐਂ लगता सारिਆਂ ਦਾ मन शीतल ही है। क्योंकि गुरमुख है तो उन्होंने सारे गुरमुख ही दिसने, चोर नूं सारे चोर ही दिसते होंगे, अपराधी नूं सारे अपराधी दिसने। क्योंकि वो बिरती उदां दी बन जाती, वो कहता दुनिया किहड़ी चंगी है, जे मेरे चौगण तां की हो गया, सारे इदां दे ही है। पर जिहड़ा गुरमुख है उन्होंने ऐ लगता सारे गुरमुख ही है भाई। जिसदा अपना अंदर ठंडा, उन्होंने लगता सारी दुनिया ठंडी है, उन्हें उही उपदेश देना। पर सिर्फ कोई किसी तरह का लिबास पा के ये नहीं सिद्ध कर सकता भी मैं साधु हाँ। क्योंकि महाराज के बचन ने बहु भेख किया देही दुख दिया, सोहवे जी अपना किया। वो कलगीधर पातशाह जी को आया सी ना, वो नाम से शांति स्वरूप। तो महाराज के कोले आ गया, मौन रखिया सी, बोलता नहीं सी। क्योंकि कई साधु मत ऐसे है जिहड़े कोई वस्त्र नहीं पाउंदे, कोई जड़ावां रख लेंदे, कईयां विभूति मली हुंदी स्वाह पिंडे ते, कई मौन रखदे आ, कई पैरी जोड़ा नहीं पाउंदे, कई धरती ते पिंडा ला के सौंदे नहीं हैगे, कई प्रशादा नहीं छकदे। महाराज कहंदे जग में भगते दूधा धारी, गुप्ती खावे वाटका सारी। फिर महाराज कहंदे छोड़े अन्न करे पाखंड, ना सुहागण ना होए रन। वखरे वखरे मतां दे साधु आ ते हरेक मत दा कोई ना कोई इदां चलदा ही हुंदा। उन्हें मौन रखिया सी, शांति स्वरूप ने, बोलता नहीं सी। हालांकि आप जपजी साहब महाराज दा पढ़दे पहली पौड़ी जे बचन आउंदे, चुप्या चुप ना होवे जे लाए रहा ले अवतार। कहंदे गुरमुखो जे जबान चुप कराउण दा की लाभ है, जे अंदरों मन तां चुप कीता नहीं हैगा। वो च हज़ारां संकल्प फुरी जांदे, तां जबान तो अगले कहंदे असीं मौन रखिया। कलगीधर पातशाह जी दा बड़ा प्यारा बचन है, कहंदे ने खूक माल हारी गद गद हावे भूत धारी, गिदुआ मसान बास करे ही करत है। फिर कहते ने तरवर सदीप मौन साधे ही मरत है। तरवर दरख्तां नूं कहंदे जे भला मौन रखिया ब्रह्म ज्ञान आउणा हुंदा तां आह रुख दरख्त किहड़े किसी नाल गल्लां बातां करदे पाए। जे पिंडे ते स्वाह मलिया किसी नूं ब्रह्म ज्ञान आउणा हुंदा ते खोते नूं सूर नूं सब तो पहला आउंदा। ये 10वें पातशाह दे बचन ने। खूक मल हारी गद गधा बेभूत धारी। कहंदे गधा ते बेभूत जी घट्टे च ही लेटदा रहिंदा ना, ਉਹਦਾ ਥਕੇਵਾਂ ਹੀ ਘੱਟੇ 'ਚ ਲੇਟਿਆਂ ਲੈਂਦਾ। ਜੇ ਕਹਿੰਦੇ ਜੇ ਪਿੰਡੇ ਤੇ ਘੱਟਾ ਮਲਿਆ ਸਵਾਹ ਮਲਿਆ ਬ੍ਰਹਮ ਗਿਆਨ ਆਉਣਾ ਹੁੰਦਾ, ਖੋਤਾ ਬ੍ਰਹਮ ਗਿਆਨ ਨਹੀਂ ਹੁੰਦਾ। ਇਹ 10ਵੇਂ ਪਾਤਸ਼ਾਹ ਦੇ ਬਚਨ ਕਹਿੰਦੇ ਨਹੀਂ ਆਉਂਦਾ, ਇਵੇਂ ਨਹੀਂ ਆਉਂਦਾ। ਭੀਖ ਰੱਖਣ ਨਾਲ ਥੋੜ੍ਹਾ ਆ ਜਾਣਾ ਹੁੰਦਾ। ਉਹਨੇ ਮੌਨ ਰੱਖਿਆ ਸੀ ਤੇ ਮਹਾਰਾਜ ਦੇ ਕੋਲ ਆ ਕੇ ਬੈਠ ਗਿਆ। ਜੇ ਕੋਈ ਸਿੱਖ ਬਚਨ ਕਰੇ ਉਹ ਇਸ਼ਾਰੇ ਜਿਹੇ ਅੱਗਿਓਂ ਕਰੇ, ਬੋਲੇ ਹੈ ਨਾ ਤਾਂ
महाराज जी वाल सिखा ने देखा तो सतगुरु जी ने एक सिख नूं आख्या भी जाओ इन्हां दी स्वामी जी की ना सेवा करो, इन्हां नूं प्रसादा पानी छकाओ, चंगी तरह सेवा करो इन्हां दी। सिख लै गया, कहंदा आओ जी गफा पानी छकाइए। तो जाके लंगर च ते जिहड़े कल परसों दे पए सुक्के जे प्रसादे सी वो 2 प्रसादे दिते, ते किन्ने दिनां दी पई खट्टी जी लस्सी लिया के एक गिलास वो दिता। कहंदा छको महाराज। वो हुण छके ना बेचारा, वो आखे जी छको, महाराज ने आख्या सेवा करनी, प्रसादा छको। वो इशारे शूरे जे करे, सिख आखे छको जी, मैनूं नहीं पता लगता की कहंदे, गप्पा छको पता लगे। हार के बोल ही पिया, कहता यदा की छका भाई, महाराज ने आख्या सी चंगी तरह सेवा करनी, तू आ खट्टी लस्सी दे दी, इत्थे बाशना आई जाती इहदी बैठे दे, तो सुक्के प्रसादे। तो वह कहता वो अच्छा अच्छा तुसीं बोलन लग पे जे। तो वह आंदा दसदा, मैं सीधा आया महाराज कोल पैर पटकदा, कहंदा महाराज इदां दे सिख रखे तुसीं, आ तुहाडे सिख, तुसीं आख्या सेवा करनी, इन्हें सुक्के प्रसादे मेरे अगे रखे लिया के। महाराज कहते वो चलो कोई नहीं, प्रसादे तो तुहानूं दूजे सिखा देने, पर तुसीं बोलन लग पे, तुसीं तो बोलते नहीं सी, इशारे ही करी जांदे सी। हाँ जी। महाराज कहते तुहाडा नाम शांति स्वरूप है, तो अंदरों तो अग ही निकली मेरी, इन्ने भांबड़। फिर बड़ा शर्मिंदा होया। उदों गुरु साहब जी ने आख्या भी ये रसना महाराज ने अकाल पुरख वाहिगुरु ने परमेश्वर की उस्तत करने वास्ते दी है। श्रवणी गोबिंद गुण सुनो और गाओ रसना गीत, रसना जपे ना नाम तिल तिल कर कटिए, हर हाँ जब जब बिसरे गोबिंद राय दिनों दिन घटिए। महाराज ने आख्या परमात्मा ने जबान गुण गाउण लई दित्ती, परमात्मा दे चुप कर लई नहीं, जे चुप रहना ठीक हुंदा तो देनी नहीं सी परमात्मा ने। ये मौन रखने का की मतलब है, तुसी वाहिगुरु वाहिगुरु करो। सिर्फ किसी प्रकार के वस्त्र पा के साथ संग जी कोई गुरमुख नहीं हो जाता। गुरमुखताई के गुण होंदे, साधु दी निशानियां दसियां महाराज पंजवें पातशाह जी ने, जिस क्या संत संग जाका मन शीतल। कहते शीतल मन वालियां दी संगत करके जिन्हां दा मन शीतल हो जाता, ठंड पै जाती, वो जाने सगली ठंडी। कहते वो फिर वो सोचते सारी दुनिया च भाई सुख ही है, सारिਆਂ ਦਾ मन ठंडा ही है, क्योंकि उन्होंने अपना ठंडा। हौमे रोग जाका मन व्यापत, पर कहते जिन्हां दे मन नूं हौमे दा रोग लगा हुंदा, वो जन्म मरिया बिल लाती, बस फिर वो जन्म मरण के गेड़ च हुंदे। क्योंकि हौमे दीर्घ रोग है दारू पीए समाहे। महाराज ने आख्या कृपा करे जे अपनी तो गुर का शब्द कमाहे। नानक है सुनो जनो इत संजम दुख जाहे। ये गुरु साहब के बचन आसा जी की बात। कहते कोई शब्द का अभ्यासी होवे, कृपा करे जे अपनी तो गुर का शब्द कमाहे, फिर उस शब्द का अभ्यास करके उसकी कमाई करे, तां ये हौमे का रोग अंदरों निकलता हौली हौली। हौमे रोग जाका मन व्यापत, वो जन्म मरिया बिल लाती। वो तो कहते वरलाप करदा जन्म दा मरदा, क्योंकि हौमे हंकार जाता नहीं अंदरों। ज्ञान अंजन जाकी नेत्री पढ़िया। कहते जिन्हां दे मन बुद्ध रूपी नेत्रां विच महाराज ने ज्ञान दे सुरमे दियां सलाइयां फेर दित्ती, अपना ज्ञान बख्श दिता। ज्ञान अंजन जाकी नेत्री पढ़िया ताको सर्ब प्रगासा। कहते उन्होंने फिर सब कुछ दसन लग पैंदे। जिवें कई बार आह कुकरे ककरे जे अखां च निकल आउंदे ना कईयां दे, तो बस फिर वो जो ऑपरेट करते अखां नूं फिर दसन लग पैंदा। ऑपरेशन तो बाद वो की करते, जिहड़ी धुंध जम चुकी हुंदी उही परे करदे बस। कहते जिन्हां दे मन ते ये भरम दी धुंध जम जाती ना, जिन्हां दे अंदरले नेत्रां ते गुरु साहब जी ज्ञान दा अंजन कहते सुरमे ने जदों ज्ञान दा सुरमा दिंदे ना, सुरमे दियां सलाइयां फेरदे। ज्ञान अंजन जाकी नेत्री पढ़िया ताको सर्व प्रगासा। कहते फिर उन्होंने सारे पासे प्रकाश हो जाता, दिसन लग पैंदा, सब भले बुरे की सोझी आ जाती। अज्ञान अंधेरे सूझ सुनाही बहुड़ बहुड़ परमाता। कहते अज्ञान के हनेरे च कुछ सुझदा नहीं हुंदा, जिवें बाहरले हनेरे च आपां नूं कुछ दिखाई नहीं दिंदा। अज्ञान के हनेरे च तो बिल्कुल ही कोई सोझी नहीं आउंदी भी मैं आया क्यों दुनिया ते।
सारी उम्र लंघ जाती, यही नहीं पता लगता भी मेरे इस इन्ने कीमती जिन्होंने दुर्लभ दे ही आख्या महाराज ने, ये आने का मनोरथ की है, कारण की ये पिछे, यही नहीं समझ आती। यही गल राए बलार ने गुरु नानक देव महाराज जी को आखी सी जिस दिन उन्हें चढ़ाई करनी सी। उन्हें चेते किया महाराज नूं, तो गुरु साहब जी ने दर्शन बख्शे, क्योंकि उहदे नाल बचन कीता सी जदों चेते करोगे उदों आ जाया करांगे। ये अंदर दी खिच हुंदी। राय बलार ने महाराज नूं याद किया, गुरु साहब जी आ गए ते सेवकां ने दस्सिया भी राय जी महाराज आए। वो उठन लगा, गुरु साहब जी ने अगे जाके क्योंकि बहुत बिरद सी, तो महाराज जी ने हथ फड़ के अपने पलंगे ते ही बिठा लिया। गुरु साहब जी कहते तुसीं याद किया सी, असीं आ गए हैं। वो कहता महाराज मेरा हुण समा आ गया जाण दा, मैं सोचदा सी एक बारी फिर तुहाडे दर्शन कर ला, तां तुहानूं याद किया। तो गुरु साहब जी कहते फिर कोई अपना अनुभव साझा करो, आ इन्ने जाने तुहाडे दुआले खड़े ने, कोई इन्हां नूं दसो जो तुहानूं सोझी आई। वो कहता महाराज तुसीं मेरे नगर च अवतार लिया, जे तुसीं अवतार ना लैंदे मेरा भला नहीं सी होना। मैनूं पक्का पता तुसीं मेरा भला करन वास्ते तलवंडी नूं भाग लाए। महाराज कहते चलो ठीक है, पर दसो कोई अनुभव। वो कहता महाराज तुहाडी किरपा नाल इन्ना क पता लगा भी बाहरले हनेरे नालों बंदे दे अंदरला हनेरा बहुत खतरनाक हुंदा। बाहरले हनेरे च ठीक है दिसदा कुछ नहीं, बंदा ठोकर लगी डिग पेगा, हनेरे च किते जा वजेगा मूँह मत्था, पर फिर भी कहंदे कई चीज़ों की सोझी हुंदी है। बाहर कुप हनेरा होवे दिखाई तो कुछ नहीं दिंदा, पर कहंदे इन्ना तो शरीर का ज्ञान हुंदा ना भी जे हाथ किसी ठंडी चीज़ नूं लग जाए हनेरे च ते पता लग जाता भी मेरा ठंडे थां ते हथ लग गया, किते गर्म चीज़ नूं हथ लग जाए तो पता लग जाता भी कोई गर्म चीज़ है इत्थे। कुप हनेरे च पैर पानी च पै जाए पता लग जाता मेरा पानी च पैर पै गया। पैर के उपर की कोई चीज़ लंघ जाए हनेरे च, कोई सप सपूली, तो उस वेले पता लग जाता मेरे पैर के उपर की कुछ लंघ गया। दिसदा कुछ नहीं, पर कहते शरीर का ज्ञान तो हुंदा ना, इन्ना तो पता लग जाता ना भी इधर गर्म चीज़ है कोई लगती है, इस पासे ऐ लगता कोई ठंडी चीज़ है। कुप हनेरे च पानी चलता हो दिसे ना, खड़के तो पता लग जाता भी अगे कोई नदी चलती लगती, क्योंकि पानी पत्थरां नाल वजदा पिया ते खड़का लगता भी पानी हैगा। कहंदे दिसे ना, पर फिर भी ज्ञान काम करदा। पर महाराज जिहड़ा अंदरला हनेरा ज्ञान दा, इहदे विच कुछ भी नहीं सुझदा बंदे, अपने आप का भी नहीं पता लगता सारी उम्र भी मैं आया संसार ते क्यों, मेरा इत्थे आउण दा मनोरथ की सी, की करना सी, की कीता। इसलिए आख्या महाराज मैनू पता लगा भी अज्ञान वाला हनेरा बहुत खतरनाक है, बाहरले हनेरे नालों ये ज्यादा डेंजर से। तो महाराज ने आख्या हाँ तुसां बिल्कुल ठीक आख्या, अंदरला हनेरा खतरनाक हुंदा, क्योंकि सोझी नहीं आउण दिंदा बंदे नूं सारी उम्र, चलण ही नहीं दिंदा सच दे मार्ग ते, पता ही नहीं लगता भी असल च करना की सी ते कर की रहे। हालांकि महाराज ने तो बहुत बचन किए, जाको आए सोई बिहाजो, हर गुर ते मने बसेरा। कहंदे जिस काम लिए आए जो करना सी पाई, निज घर महल पाओ सुख सहजे बोर ना होए गुर फेरा। कहंदे असल च काम ये करना सी, वार वार दा फेरा मुक जांदा, पर वो कीता नहीं, क्योंकि उस पासे ध्यान जांदा ही नहीं, सोझी नहीं हुंदी। इसलिए कहते जिहड़ा अंदरला हनेरा अज्ञान दा वो बहुत खतरनाक है, ते उस अंदरले हनेरे नूं सिर्फ गुरु साहब जी दा बख्शिया ज्ञान ही प्रकाश कर सकदा, चानण दे सकदा, उन्होंने दूर कर सकदा, होर कोई साधन नहीं हुंदा। क्योंकि बाहरला प्रकाश उथों तक नहीं पहुंचता। बाहर सूरज चढ़िया देखो, पर कोई बच्चा कोई चीज़ निगल लवे, किसी बच्चे के अंदर मान लो खेलदे पैसा अंदर चले गया, दिसेगा नहीं कित्थे है, भावें बाहर जिन्ना मर्जी प्रकाश लाइटां करो नहीं, क्योंकि एक विच पड़दा है, उस पड़दे नूं बाहरला प्रकाश पार नहीं कर सकता। कल भी आपां ये प्रमाण महाराज दा विचारिया सी, जे 100 चंदा उगवे सूरज चढ़े 1000 इत्ते चानण होंदे, इन्ना चानण होने के बावजूद भी गुरबिन घोर अंधार।
ਕਹਿੰਦੇ ਗੁਰੂ ਤੋਂ ਬਿਨਾਂ ਤੇ ਹਨੇਰਾ ਹੈ, ਦੂਰ ਜਾਣਾ ਹੀ ਨਹੀਂ ਗੁਰਮੁਖੋ। ਕਿਉਂਕਿ ਇਹ ਜਿਹੜਾ ਅਗਿਆਨ ਦਾ ਪਰਦਾ, ਇਹਨੂੰ ਸੂਰਜ ਦਾ ਪ੍ਰਕਾਸ਼ ਨਹੀਂ ਪਰੇ ਪਰੇ ਕਰ ਸਕਦਾ, ਇਹਨੂੰ ਚੰਦਰਮਾ ਦੀ ਚਾਨਣੀ ਨਹੀਂ ਪਰੇ ਕਰ ਸਕਦੀ। ਇਸ ਲਈ ਕਹਿੰਦੇ ਜਿਨ੍ਹਾਂ ਦੇ ਮਨ ਬੁੱਧ ਰੂਪੀ ਨੇਤਰਾਂ 'ਚ ਮਹਾਰਾਜ ਨੇ ਗਿਆਨ ਦੀਆਂ ਸਲਾਈਆਂ ਫੇਰ ਦਿੱਤੀਆਂ, ਗਿਆਨ ਅੰਜਨ ਜਾ ਕੇ ਨੇਤਰੀ ਪੜਿਆ ਤਾਂ ਕੋ ਸਰਬ ਪ੍ਰਗਾਸਾ। ਕਹਿੰਦੇ ਜਿਨ੍ਹਾਂ ਦੇ ਨੇਤਰਾਂ 'ਚ ਗਿਆਨ ਦਾ ਸੁਰਮਾ ਪਾ ਦਿੱਤਾ ਮਹਾਰਾਜ ਨੇ, ਉਹਨਾਂ ਨੂੰ ਦਿਸਣ ਲੱਗ ਪੈਂਦਾ ਫਿਰ ਗੁਰਮੁਖੋ। ਫਿਰ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਮੈਂ ਕਿਉਂ ਆਇਆ। ਫਿਰ ਉਹਨਾਂ ਨੂੰ ਸਾਰੀ ਆਪਣੀ ਜ਼ਿੰਦਗੀ ਦਿਸੇਗੀ ਵੀ ਹੁਣ ਤੱਕ ਕੀ ਕੀਤਾ, ਕੀ ਕਰਨਾ ਚਾਹੀਦਾ ਸੀ, ਬਹੁਤ ਪਿੱਛੇ ਰਹਿ ਗਿਆ ਮੈਂ ਤਾਂ, ਇਹ ਤਾਂ ਹੁਣ ਤੱਕ ਅਜੇ ਤੱਕ ਇੱਕ ਪੂਣੀ ਨਹੀਂ ਕੱਤੀ। ਜਦੋਂ ਇਹ ਸੋਝੀ ਆ ਜਾਵੇ, ਵੇਖੋ ਭਾਈ ਨੰਦ ਲਾਲ ਜੀ ਨੇ ਆਖਿਆ ਜਦੋਂ ਸੋਝੀ ਆ ਗਈ ਗੁਰਮੁਖੋ ਉਦੋਂ ਹੀ ਸ਼ੁਰੂ ਕਰ ਦੋ, ਉਦੋਂ ਬਾਅਦ ਵੀ ਭਲਾ ਹੀ ਭਲਾ। ਅੱਗੇ ਸਮਝ ਚਲੋ ਨੰਦ ਲਾਲਾ ਪਾਸ਼ਾ ਜੋ ਬੀਤੀ ਸੋ ਬੀਤੀ। ਉਹ ਕਹਿੰਦੇ ਕੋਈ ਨਹੀਂ, ਹੁਣ ਪਿਛਲੇ ਨੂੰ ਨਾ ਪਛਤਾ, ਜੋ ਲੰਘ ਗਿਆ ਲੰਘ ਗਿਆ, ਅੱਗੇ ਤਾਂ ਸਮਝ, ਤਾਂ ਵੀ ਤੇਰਾ ਭਲਾ ਹੀ ਹੈ। ਜਦੋਂ ਸਮਝ ਆ ਗਈ ਉਦੋਂ ਹੀ, ਪਰ ਆਉਣੀ ਉਦੋਂ ਜਦੋਂ ਮਹਾਰਾਜ ਕਿਰਪਾ ਕਰਕੇ ਗਿਆਨ ਬਖਸ਼ਣਗੇ, ਨਹੀਂ ਤੇ ਨੇਤਰਾਂ ਤੇ ਭਰਮ ਦਾ ਫੋਲਾ ਹੀ ਪਿਆ ਹੁੰਦਾ। ਇਸ ਲਈ ਕਹਿੰਦੇ ਗੁਰੂ ਸਾਹਿਬ ਕਿਰਪਾ ਕਰਨ, ਉਹ ਫਿਰ ਗਿਆਨ ਦਾ ਸੁਰਮਾ ਇਹਨਾਂ ਨੇਤਰਾਂ 'ਚ ਪਾਉਂਦੇ। ਗਿਆਨ ਅੰਜਨ ਜਾ ਕੀ ਨੇਤਰੀ ਪੜਿਆ ਤਾਂ ਕੋ ਸਰਬ ਪ੍ਰਗਾਸਾ। ਅਗਿਆਨ ਅੰਧੇਰੇ ਸੂਝ ਸੁਨਾਹੀ। ਕਹਿੰਦੇ ਨਹੀਂ ਤੇ ਅਗਿਆਨ ਦੇ ਹਨੇਰੇ 'ਚ ਕੁਝ ਵੀ ਨਹੀਂ ਜੇ ਸੁੱਝਦਾ, ਕੁਝ ਵੀ ਨਹੀਂ ਸੁੱਝਦਾ। ਗੁਰੂ ਸਾਹਿਬ ਜੀ ਦੇ ਬਚਨ ਤੇ ਵੀ ਤਰਕੀ ਫੁਰੇਗੀ ਵੀ ਨਹੀਂ ਨਹੀਂ, ਇਹ ਮਹਾਰਾਜ ਨੇ ਉਦੋਂ ਗੱਲ ਕੀਤੀ ਹੋਣੀ ਹੈ, ਇਹ ਉਦੋਂ ਇਸ ਤਰ੍ਹਾਂ ਹੁੰਦਾ ਹੋ ਸਕਦਾ ਹੋਵੇਗਾ, ਹੁਣ ਨਹੀਂ, ਕਿਉਂਕਿ ਨਹੀਂ ਸੋਚਦੀ ਇਹ ਗੱਲ ਵੀ ਮਹਾਰਾਜ ਸਾਹਿਬ ਜੀ ਨੇ ਕੀ ਆਖਿਆ। ਅਗਿਆਨ ਇਸ ਪਾਸੇ ਆਉਣ ਹੀ ਨਹੀਂ ਦਿੰਦਾ, ਸੁਰਤੀ ਬਿਰਤੀ ਨਹੀਂ ਇੱਧਰ ਨੂੰ ਆਉਂਦੀ। ਅਗਿਆਨ ਦੇ ਸੂਝ ਸੁਨਾਹੀ ਬਹੁੜ ਬਹੁੜ ਪ੍ਰਮਾਤਾ। ਕਹਿੰਦੇ ਮੁੜ ਮੁੜ ਕੇ ਉਸੇ ਭਰਮ ਦਾ ਮਾਰਿਆ ਬੰਦਾ ਤੁਰਿਆ ਫਿਰਦਾ, ਪਰ ਕਿਸੇ ਬੰਨੇ ਲੱਗਦੀ ਨਹੀਂ ਗੱਲ, ਬੇੜੀ ਬੰਨੇ ਨਹੀਂ ਲੱਗਦੀ। ਕਿਉਂ? ਕਿਉਂਕਿ ਅਗਿਆਨ ਹੈ ਤਾਂ ਸੋਝ ਹੀ ਨਹੀਂ ਆਉਂਦੀ, ਪਤਾ ਨਹੀਂ ਲੱਗਦਾ ਕੀ ਕਰਨਾ ਸੀ ਕੀ ਨਹੀਂ ਕਰਨਾ, ਕਿਉਂ ਆਏ। ਕਿਉਂਕਿ ਉਹ ਸੰਸਕਾਰਾਂ ਕਰਕੇ ਸੁਭਾਅ ਪਰਪੱਕ ਹੋਇਆ ਹੁੰਦਾ, ਬਸ ਉਹਦੇ ਅਨੁਸਾਰ ਹੀ ਚੱਲੀ ਜਾਣਾ। ਬਹੁਤ ਵਾਰ ਆਪਾਂ ਦੇਖਿਆ ਇੱਥੇ ਆ ਵੈਨਕੂਵਰ ਵਾਲੇ ਪਾਸੇ ਇੱਕ ਰੇਡੀਓ ਚੱਲਦਾ ਹੁੰਦਾ, ਉਹਦੇ ਉੱਤੇ ਇਹੀ ਗੱਲ ਹਰ ਵੇਲੇ ਚੱਲ ਰਹੀ ਹੁੰਦੀ ਵੀ ਗੁਰਦੁਆਰੇ ਵਿਹਲੇ ਤੁਰੇ ਫਿਰਦੇ ਲੋਕ, ਕੋਈ ਲੋੜ ਨਹੀਂ ਹੁੰਦੀ ਐਵੇਂ ਧਰਮ ਦਾ ਲੋਕਾਂ ਨੇ ਪਖੰਡ ਚਲਾ ਦਿੱਤਾ ਜੀ, ਇਹ ਵਿਹਲਿਆਂ ਦਾ ਕੰਮ ਆ ਉੱਥੇ ਜਾ ਕੇ ਬੈਠੇ ਰਹਿਣਾ। ਕਿਉਂਕਿ ਹੁਣ ਉਹਨਾਂ ਦੀ ਵਿਚਾਰਿਆਂ ਦੀ ਬਿਰਤੀ ਏਦਾਂ ਦੀ ਹੈ, ਜੋ ਉਹਨਾਂ ਦੀ ਸਮਝ 'ਚ ਆਇਆ ਉਹਨਾਂ ਉਹੀ ਕਹਿਣਾ। ਉਹਨਾਂ ਦਾ ਆਪਣਾ ਸੁਭਾਅ ਉੱਥੇ ਪੱਕ ਚੁੱਕਾ। ਉਹਨਾਂ ਨੂੰ 1000 ਪ੍ਰਮਾਣ ਮਹਾਰਾਜ ਦੇ ਦਿਓ ਕਿ ਗੁਰੂ ਸਾਹਿਬ ਤਾਂ ਏਦਾਂ ਕਹਿੰਦੇ, ਕਹਿੰਦੇ ਨਹੀਂ ਨਹੀਂ ਇਹ ਏਦਾਂ ਨਹੀਂ ਹੈਗੀ ਗੱਲ, ਕਿਉਂਕਿ ਸੁਭਾਅ ਉਹਨਾਂ ਦਾ ਉਦਾਂ ਦਾ ਹੀ ਹੋ ਜਾਂਦਾ। ਜਿਹੜੇ ਨਹੀਂ ਮੰਨਦੇ ਨਹੀਂ ਮੰਨਦੇ। ਉਹ ਅਗਿਆਨ ਦੇ ਹਨੇਰੇ 'ਚ ਬੰਦਾ ਫਸਿਆ, ਬਸ ਭਰਮ 'ਚੋਂ ਨਿਕਲ ਨਹੀਂ ਸਕਦਾ। ਅਗਿਆਨ ਅੰਧੇਰਾ ਸੂਝ ਸੁਨਾਹੀ ਬਹੁੜ ਬਹੁੜ ਪ੍ਰਮਤ। ਕਹਿੰਦੇ ਬਸ ਫਿਰ ਉਸੇ ਭਰਮ 'ਚ ਹੀ ਤੁਰਿਆ ਫਿਰੂ। ਸੁਣ ਬੇਨੰਤੀ ਸੁਆਮੀ ਆਪਣੇ ਨਾਨਕੇ ਸੁਖ ਮੰਗੈ। ਕਹਿੰਦੇ ਤੂੰ ਇੱਕ ਵਾਰੀ ਸੁਣ ਤਾਂ ਸਹੀ, ਆਪਣੇ ਮਾਲਕ ਦੀ ਗੱਲ ਤਾਂ ਸੁਣ, ਕੀ ਕਹਿ ਰਹੇ, ਕੀ ਕਿਹਾ ਸੀ ਉੱਥੇ ਜਾ ਕੇ ਭਾਈ ਲਾਲੋ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਉਹਦੇ ਘਰੇ ਗਏ ਏਮਨਾਬਾਦ, ਤਾਂ ਉਹ ਤਾਂ ਆਪਣੀ ਕਿਰਤ ਕਰ ਰਿਹਾ ਸੀ, ਜੋ ਉਹਦਾ ਕੰਮ ਸੀ, ਕਿੱਲੇ ਘੜਦਾ ਪਿਆ ਸੀ। ਮਹਾਰਾਜ ਨੇ ਜਦੋਂ ਜਾ ਕੇ ਦਰਸ਼ਨ ਦਿੱਤੇ, ਉਹਨੇ ਮੱਥਾ ਟੇਕਿਆ। ਕਹਿੰਦੇ ਕੀ ਕਰਦਾ ਭਾਈ ਲਾਲੋ? ਕਹਿੰਦਾ ਮਹਾਰਾਜ ਆ ਕਿੱਲੇ ਘੜ ਰਿਹਾ। ਤੇ ਮਹਾਰਾਜ ਕਹਿੰਦੇ ਕਿੱਲੇ ਹੀ ਘੜਦਾ ਰਹੇਂਗਾ ਸਾਰੀ ਉਮਰ, ਮਨ ਨਹੀਂ ਘੜਨਾ। ਬਸ ਇੱਕ ਹੀ ਬਚਨ ਕੀਤਾ, ਉਸੇ ਵੇਲੇ ਗੁਰਮੁਖ ਬਣਾ ਦਿੱਤਾ। ਦੱਸਦਾ ਮਹਾਰਾਜ ਨੇ ਭਾਈ ਸਵੇਰ ਤੋਂ ਸ਼ਾਮ ਤੱਕ ਕਿੱਲੇ ਘੜਿਆ ਕਰ, ਪਰ ਸਵੇਰੇ ਤੇ ਸ਼ਾਮ ਨੂੰ ਹੋਰ ਵੀ ਇੱਕ ਕੰਮ ਹੈ, ਉਹ ਕਿਉਂ ਨਹੀਂ ਕਰਦਾ? ਉਹ ਕਿਹਨੇ ਕਰਨਾ? ਕਿੱਲੇ ਘੜਦਿਆਂ ਸਾਰੀ ਉਮਰ ਬਤੀਤ ਕਰ ਦੇਣੀ। ਸਮਝਾ ਦਿੱਤਾ ਮਹਾਰਾਜ ਨੇ। ਕਹਿੰਦੇ ਸੁਣ ਤਾਂ ਸਹੀ, ਸੁਣ ਬੇਨੰਤੀ ਸੁਆਮੀ ਆਪਣੇ ਨਾਨਕ ਇਹੋ ਸੁਖ ਮੰਗੈ। ਕਹਿੰਦੇ ਤੂੰ ਮਾਲਕ ਆਪਣੇ ਦੀ ਸੁਣ, ਗੱਲ ਸੁਣ।
कहते महाराज मेरे वास्ते सब तो वड्डा सुख है कि मैं अपने स्वामी की गल सुन लवां। मेरी बेनती ये है महाराज तुसीं सुन लो, मैनूं तुहाडा वचन सुनने की आदत पै जे। जह कीर्तन तेरा साधु गावे तह मेरा मन लग। बस आ कृपा कर दो, जिथे तेरे साधु तेरी कीर्ति करते पे उथे मेरा जी लगन लग पे, उथे मेरा मन लग जाए जिथे तेरी उस्तत हो रही। तो जे ये सुभाव ना होवे तो बिल्कुल मन नहीं लगता। जिथे गुरु की गल चलती होवे उथे मन लगता किते, बहुत घट लोगों का उथे मन लगता। नहीं तो बंदा किवें पासा जा मार के बंदे निकल जाते। कोई नवां चो मैल कड्ढण दिया आंदा, कोई दरियां दे धागे तोड़ी जाता। जे बहना भी पै जाए, मान लो किसी ने भोग ते सादा दिता होना तो पैना ही है, पर उन्हें प्यो दियां पुत्तां सुननी नहीं महाराज की एक पंक्ति भी, जां तां बाहर खलोते गल्लां ही करी जानियां। जे मजबूरी भी हुण बहना ही पैना, जी अरदास होण लगी है तो पिछे भी घुसर मुसरी करी जानी। क्योंकि जी नहीं लगता उत्थे, खुराक नहीं ना उन्हां दी विचारियां दी, उत्थे मन लगता नहीं जिथे जिथे परमात्मा की गल। गुरु साहब तो कहते कहते नाम सुनत जन बिछू डसाना। उन्होंने कान च नाम की गल पै गई, ऐ लगता जिवें ठूहे ने डंग मार दिता। बहुत बुरा लगता उन्होंने भी ये की कीते, इन्हें की कर दिता जी। जे ढोल ढमके अगे नचदे होण ना, किसी ते नहीं आपां नूं किंतु, कोई जो मर्जी करे उहदी लाइफ है। पर हुण आपां समाज च रहिंदे आ, डीजे खड़कन दिया होवे ते भावें रात के 2:30 बजे तक सियाणे ब्याणे भी नची जाण, ते जे एक शब्द रागी सिंह वध ला देण ते कहणगे ते समाप्ति नहीं करते, इन्हां ते लम्मा ही कर दिता काम। क्योंकि जी नहीं लगता, इत्थे मन नहीं लगता। जिथे महाराज की वडियाई चलती पई उत्थे मन किते लगना सौखी गल थोड़ो। संस्कार नहीं चंगे, बहुत उन्होंने नाराजगी होंदी, गुस्सा आउंदा, कहंदे लै समाप्ति नहीं करते पे, काम ही लमका दिता इन्होंने। क्योंकि वो खुराक नहीं बेचारियां दी। इसलिए कहते मेरे ते महाराज करो, जह कीर्तन तेरा साधु गावे तह मेरा मन लग गए। जिथे तेरे गुरमुख प्यारे बैठे साधु संत तेरी कीर्ति करते पे उथे मेरा मन लगन लग पे। ये मेरे ते कृपा करो महाराज, मेरा जी लगे उथे, उथे मेरा मन लग जाए। क्योंकि जे मन नहीं लगता तो उन्हां वास्ते ये वाधू दे काम हुंदा। सतगुरु सच्चे पातशाह जी ने कृपा की, कहते महाराज तुसीं कृपा करो, मेरी बेनती सुन लो। पर जिथे ये वडियाई हो रही है परमात्मा की, उथे मेरा मन लगन लग पे। तो जिन्हां दा लगन लग पैंदा, आप भगत सैन जी का प्रमाण इसे काम लिए। आए संत परौने कीर्तन होवा रैन सबाई, छड्ड न सके साध जन राज द्वार न सेव कमाई। भाई गुरदास जी कहते ने इन्ना मन लगा भाई भगत सैन जी का, उन्हें समाप्ति नहीं की, उठे ही नहीं। तो उधर सेवा राजे की सी, कोई निक्की मोटी नौकरी नहीं सी, उधर राजे दे जाना पैना सी। ओदी ड्यूटी ते नहीं गए, पक्का पता वो सूली चाड़ेगा। क्योंकि जो राजा नाराज हो गया तो फांसी देनी उन्हें, इदू थले सजा नहीं। वो गुस्से च आ गया तो उन्हें तो कहना बस जी यदी इन्नी ताकत भी ये आया नहीं अज ड्यूटी ते मैनू दस्से तो बिना। पर भाई गुरदास जी कहते वह इन्ना मन लगा भगत सैन का, उन्हें कहा जो हो वेखी जाओ, पर इथों उथों नहीं उठ्या। हो जिन्नी देर उन्हें समाप्ति नहीं की समागम की, उन्नी देर भगत सैन जी उठे ही नहीं। उठे तो फिर जाके कहते चल हुण माफी मंगदे, वेखो मारदा कि छड्डदा। भी नहीं मन किया उठने लिए, क्योंकि मन लगा सी, मन की खुराक सी, नहीं उठे। फिर जाके राजे नूं आख्या जी मेरे को गलती हो गई, मैं नहीं आ सका, तुहाडी सेवा मैनूं माफ कर दो। कहंदा नहीं भी तू कर गया सेवा। उत्थे महाराज ने दस दिता भी चलो ठीक है, जे वो बैठा कीर्तन च सतसंग च ते फिर इधर तेरी पेठ नहीं लगन दी परमात्मा ने, सगों जय जयकार ही कराई। भाई गुरदास जी की पौड़ी आप पढ़ते हैं ना, तारा राणी दी दसदे कहंदे राती जाए सुने गुरबाणी। और पूरी पौड़ी भाई गुरदास जी की यही दसदे भी वो जाती सी सुनने वास्ते। सारी रात राजे नूं शक पै गया, वो एक दिन मगर गया, उन्हें वेख्या संगत च बैठी आ, असीं इन्हां लोकां च बैठे शोभदे नहीं। वो इहदी खड़ा चक ले आए एक, तो जदों उन्हें उठ के समाप्ति ते वेख्या कि खड़ा है नहीं, कहंदी ये तो बहुत रौला पै जाएगा, बहुत कीमती सी, खड़ा ही नहीं लभदी, हुण वो कित्थों पूरी करूंगी। संगत नूं कहंदी भी हुण अरदास कर दो भी जिहदी शोभा आपां करदे आ ओही हुण मेरी लाज रखे, भी ये खड़ा मैनूं चाहीदी आ, नहीं तो खराब हो जू बहुत काम। तो
तो भाई गुरदास जी ने पौड़ी लिखी है, वो कहते संगत की अरदास परमात्मा ने सुनी तो खड़ां वर्गी खड़ां बन गई। वो दोवें खड़ावां पा के आई तो वो गई नूं आंदा कित्थों आई है? वो कहती भी संगत च गई सां। कहंदा संगत च गई आ तो खड़ावां विखा मैनूं अपणियां। वो कहती ਉਹ ਪਈਆਂ। वो बड़ा हैरान हो कहता दोवें किस तरह हो सकदियां, एक तो मैं चक के लिया आवे। वो कहती भी बस वो अगे अरदास कीतियां सब कुछ हो जाता। फिर उन्हें भी जाना शुरू किया तां ओहदा मन लगा नहीं। तो कहता इन्हां लोकां दे विच बैठे असीं राजे महाराजे असीं थोड़ा सोभदे क्यों, क्योंकि उन्हां दा मन उत्थे नहीं। तां महाराज कहंदे ने जह साधु तेरा कीर्तन गावे तां मेरा मन लग गया। महाराज कृपा करो जिथे तेरा कीर्तन तेरी वडियाई शोभा चलती पई उत्थे मेरा मन लगन लग पे, जी लगे मेरा उत्थे मेरा मन लग जाए। ये बहुत वड्डी गल हुंदी भई सत संगत विच किसी दा मन लगन लग पे। थोड़ी जिन्नी भी चलो उहदे कोल टाइम दा करके हुंदी, पर उन्नी देर उहदे मन दी खुशी होवे। मीलां चल के लोग आ जाते, मीलां जिन्हां दी खुराक है चल के आ जाते ने। तो जिहदी नहीं खुराक वो ज्ञानी जी नूं बंबे एक बारी गुरमुख स्टेशन ते मिलिया। कहंदा जी उन्हें आण के ते बड़े प्यार नाल उन्हां नूं फतेह बुलाई। ते वो कहंदे भी किद्दां जवान मैं तैनूं कदी देखिया नहीं पछाणिया नहीं। वो कहंदा जी मैं तुहानूं जाणदा तुसीं कथा करदे हुंदे गुरद्वारा साहब। वो कहंदे पर मैं तां तैनूं कदी देखिया नहीं। वो कहंदा मैं नहीं जांदा जी। कहंदे रहिंदा कित्थे? कहंदा मेरा नाल घर है गुरद्वारा साहब दे, तां ही तां मैनूं पता मैं तुहानूं अंदर वड़दियां निकलदियां नूं वेखदा। कहंदे तेरा नाल घर है पर मैं तैनूं संगत च कदे नहीं देखिया। वो कहंदे मैं नहीं जांदा जी संगत च, इहो जिहा काम नहीं मैं करदा। फिर सारी गल पुछी, फिर उन्हें कारण दस्सिया भी मेरा पिता जांदा जी वो इस तरह। वो कहंदे जे तेरा पिता इदां दा मतलब ये थोड़ा सारी दुनिया इदां ही है ते तूं तां छड्ड ही बैठा सारा कुछ। जिथों भला होना सी उत्थे तेनूं गुस्सा आ गया। इदां किदां हो सकदा? क्यों? क्योंकि मन नहीं सी लगदा, खुराक है नहीं सी। इसलिए सुन बेनंती स्वामी अपने नानके सुख मांगै, जह कीर्तन तेरा साधु गावे तह मेरा मन लग गया। महाराज मेरी बेनती सुन लो, ये कृपा मेरे ते कर दिओ। जिथे तेरी सत संगत हो रही है, तेरा जस हो रहा, कीर्ति हो रही, उथे मेरा जी लगन लग जाए, उथे मेरा मन लगे हो जाए। ऐसी मेरे ते महाराज तुसी कृपा करो। ये सतगुर सच्चे पातशाह जी ने साध संगत की कृपा की है। बहुत प्रमाण आपां नूं ऐसे मिल जाणगे जिथे वार वार बेनती करनी पैंदी, महाराज तुसी मेरा संस्कार तब्दील करो, ऐसी मेरे ते कृपा करो। जो भाई गुरदास जी ने लिखना कहते ने जैसे एक जननी के होते हैं नेक सुत सब ही मैं अधिक प्यारो सुत गोद को। तो इस पौड़ी की अखीरली पंक्ति जाके कहते ने आपा खोए जोई गुर चरण शरण गए रहे निर्दोख मोख अनंद बनोद को। कहते गुरमुखो ये महाराज की हजूरी च आउण दा फल है। आपा खोए जोई गुर चरण शरण गए, जेड़े हंकार अपना छड्ड के गुरु साहब जी के चरणों के शरण में पहुंचे, रहे निर्दोख मोख आनंद बनोद को। कहते उन्होंने दोष माफ कर देंगे सारे महाराज, सब पाप खत्म हो जाएंगे, निर्दोष हो जाएंगे वो सारे। तो फिर बंधना तो खलासी होगी, मुक्ति का आनंद भी मानणगे। ये गुरु साहब जी की हजूरी का फल दसिया भाई गुरदास जी ने। साध संगत जी महाराज कृपा करन, सब की अपनी हाजरी गुरु साहब जी के दर ते प्रवान होवे जी। अगले शब्द की कथा आपां कल सवेर नूं करांगे, जिवें महाराज सच्चे पातशाह जी कृपा करनगे जी। भुलां चुकां दी खिमा, लेखक तिहन छुटिया खिन खिन भूलणहार, बख्शणहार बख्श लै, नानक पार उतार। वाहिगुरू जी का खालसा वाहिगुरू।